ਸਾਰੀ ਉਮਰ ਇਹਨਾਂ ਨੇ ਕਿਸਾਨੀ ਦੇ ਨਾਂ ਤੇ ਕਿਸਾਨੀ ਦੇ ਮੋਢਿਆਂ ਤੇ ਬੰਦੂਕ ਚਲਾ ਕੇ ਆਪਣੀ ਸਰਕਾਰਾਂ ਬਣਾਈਆਂ ਨੇ। ਮੈਨੂੰ ਸਮਝ ਨਹੀਂ ਆਉਂਦੀ ਅਕਾਲੀ ਦਲ ਦੀ ਕਿ ਕਿਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਨੇ। ਹੁਸ਼ਿਆਰਪੁਰ ਦੀ ਮੰਡੀ 'ਚ ਅੱਜ ਸਵੇਰੇ 600 ਰੁਪਏ ਕੁਇੰਟਲ ਆਪਣੀ ਮੱਕੀ ਵਿਕੀ ਹੈ ਔਰ ਕਿੱਥੇ ਹੋਣੀ ਸੀ 1700 ਹੋਣੀ ਸੀ ਤਾਂ 50% ਤੇ ਆ ਗਿਆ। ਇਹੀ ਹਾਲ ਹੋਊਗਾ ਤੁਹਾਡਾ ਕਣਕ ਦਾ, ਇਹੀ ਹਾਲ ਹੋਊਗਾ ਝੋਨੇ ਦਾ, ਔਰ ਇਹੀ ਹਾਲ ਹੋਊਗਾ ਸਾਰੀਆਂ ਫਸਲਾਂ ਦਾ ਜਿਹੜੀਆਂ ਇੱਥੇ ਆਉਣਗੀਆਂ। ਜੋ ਤੁਸੀਂ ਫੈਸਲਾ ਕਰਨਾ ਹੈ ਮੇਰੇ ਕਿਸਾਨ ਸਾਥੀਓ, ਇਹ ਤੁਹਾਨੂੰ ਕਰਨਾ ਪਊਗਾ ਆਪਣੇ। ਤੁਸੀਂ ਜਦੋਂ ਵੀ ਆਪ ਮੀਟ ਕਰੋਗੇ, ਲੁਧਿਆਣੇ ਕਰੋਗੇ, ਜਿੱਥੇ ਮਰਜ਼ੀ ਕਰੋਗੇ। 70 ਸਾਲ ਤੋਂ ਇਸ ਸੂਬੇ ਨੇ ਆਪਣਾ ਅੰਨ ਦੀ ਪ੍ਰੋਡਕਸ਼ਨ ਕੀਤੀ ਹੈ। ਠੀਕ ਹੈ, ਉਦੋਂ PL 480 ਹੁੰਦਾ ਸੀ, ਅਸੀਂ ਉਧਾਰਾ ਲੈਂਦੇ ਸੀ ਅਮਰੀਕਾ ਤੋਂ। ਜੋ ਤੁਸੀਂ ਇਸ ਪੰਜਾਬ ਦੀ ਕਿਸਾਨੀ ਦੇ ਵਾਸਤੇ ਕਰਨਾ ਹੈ, ਮੈਂ ਤੁਹਾਡੇ ਨਾਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਸੰਬੰਧੀ ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਸ ਕੀਤੇ ਗਏ 3 ਆਰਡੀਨੈਂਸਾਂ ਦੇ ਖਿਲਾਫ ਕਿਸਾਨ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਸਰਬਸੰਮਤੀ ਦੇ ਨਾਲ ਕੇਂਦਰ ਨੂੰ ਇਹਨਾਂ ਆਰਡੀਨੈਂਸਾਂ ਤੇ ਬਿਜਲੀ ਐਕਟ ਵਿੱਚ ਪ੍ਰਸਤਾਵਿਤ ਸੋਧ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ ਅਤੇ ਇਸ ਬਾਰੇ ਸਰਬਸੰਮਤੀ ਦੇ ਨਾਲ ਮਤਾ ਵੀ ਪਾਸ ਕੀਤਾ ਗਿਆ। ਕਿਸਾਨਾਂ ਨੇ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਤੇ ਨਿਸ਼ਾਨਾ ਕੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੇ ਸੰਘੀ ਅਧਿਕਾਰਾਂ, ਕਿਸਾਨੀ ਅਤੇ ਇਸ ਦੇ ਕਿਸਾਨਾਂ ਦੀ ਰੱਖਿਆ ਲਈ ਇਕਜੁੱਟ ਹੋ ਕੇ ਖੜਨਾ ਚਾਹੀਦਾ ਹੈ। ਅਸੀਂ ਇੱਕ ਔਰ ਪਾਰਟੀ 'ਚ ਪਹਿਲਾਂ ਵੀ ਮੈਂ ਕਹਿ ਚੁੱਕਿਆ, ਅਸੀਂ ਮੀਟਿੰਗ ਸੱਦੀ ਸੀ। ਉਹਦੇ ਵਿੱਚ ਨੈਚੁਰਲੀ ਇੱਕ ਤਾਂ ਪਾਰਟੀ ਜਿਹਦੀ ਗਵਰਨਮੈਂਟ ਬੈਠੀ ਹੈ ਦਿੱਲੀ ਦੇ ਵਿੱਚ, ਉਹਨਾਂ ਨੇ ਤਾਂ ਅਪੋਜ਼ ਕਰਨਾ ਸੀ ਔਰ ਨਾਲ ਹੀ ਉਹਨਾਂ ਦੇ ਸਾਥੀ ਜਿਹੜੇ ਨੇ ਅਕਾਲੀ। ਮੈਨੂੰ ਇਹਨਾਂ ਦੀ ਨਹੀਂ ਸਮਝ, ਜੈਸੇ ਮੇਰੇ ਪ੍ਰਧਾਨ ਜੀ ਨੇ ਹੁਣੀ ਕਿਹਾ, ਸੁਨੀਲ ਜਾਖੜ ਜੀ ਨੇ, ਇਹ ਕਹਿੰਦੇ ਕਦੇ ਜੈਸੇ ਇਹਨਾਂ ਨੂੰ ਸੂਟ ਕਰਦੀ ਉਹੀ ਗੱਲ ਕਹਿੰਦੇ ਨੇ। ਹੁਣ ਇਸ ਸਾਰੀ ਉਮਰ ਇਹਨਾਂ ਨੇ ਕਿਸਾਨੀ ਦੇ ਨਾਂ ਤੇ ਕਿਸਾਨੀ ਦੇ ਮੋਢਿਆਂ ਤੇ ਬੰਦੂਕ ਚਲਾ ਕੇ ਆਪਣੀ ਸਰਕਾਰਾਂ ਬਣਾਈਆਂ ਨੇ ਔਰ ਜਦੋਂ ਕਿਸਾਨੀ ਦੇ ਨਾਲ ਖੜਨ ਦਾ ਇੱਕ ਵੇਲਾ ਆਉਂਦਾ ਹੈ ਔਰ ਉਹਨਾਂ ਨੂੰ ਉਹਨਾਂ ਦੀ ਲੋੜ ਹੈ ਤਾਂ ਉਹਨਾਂ ਦੇ ਨਾਲ ਜਾ ਕੇ ਖੜ ਜਾਂਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਅਕਾਲੀ ਦਲ ਦੀ ਕਿ ਕਿਸ ਤਰੀਕੇ ਨਾਲ ਇਹ ਆਪਣਾ ਕੰਮ ਕਰਦੇ ਨੇ। ਲੇਕਿਨ ਉਸ ਨੂੰ ਉਹਨਾਂ ਨੂੰ ਛੱਡ ਦਿਓ, ਰਹਿਣ ਦਿਓ। ਅਗਰ ਉਹਨਾਂ ਨੇ ਆਪਣੀ ਸਿਆਸਤ ਖੇਲਣੀ ਖੇਲਣ ਦਿਓ। ਆਪਾਂ ਅਗਰ ਸਾਰੀਆਂ ਜਥੇਬੰਦੀਆਂ ਕਿਸਾਨੀ ਦੀਆਂ ਔਰ ਬਾਕੀ ਪਾਰਟੀਆਂ ਪੰਜਾਬ ਦੀਆਂ ਅਸੀਂ ਇਕੱਠੇ ਹੋ ਜਾਈਏ ਤਾਂ ਇੱਕ ਬੜੀ ਭਾਰੀ ਆਵਾਜ਼ ਉੱਠ ਸਕਦੀ ਹੈ। ਫਿਰ ਉਹਨਾਂ ਨੂੰ ਸਫਾਈ ਆਪਣੀ ਦੇਣੀ ਪਊ ਔਰ ਲੋਕ ਕਰ ਲੈਣਗੇ ਫੈਸਲਾ ਪੰਜਾਬ ਦੇ ਕਿ ਉਹ ਸਹੀ ਨਹੀਂ, ਅਸੀਂ ਸਹੀ ਹੈ। ਗੱਲ ਬੜੀ ਸਪਸ਼ਟ ਹੈ ਕਿ ਅਗਰ ਇਹ ਆਰਡੀਨੈਂਸ ਪਾਸ ਹੋ ਜਾਣਗੇ, ਜੋ ਮਰਜ਼ੀ ਇਹ ਕਹਿਣ ਕਿ MSP ਉਹਨਾਂ ਦਾ ਐਗਰੀਕਲਚਰ ਮਿਨਿਸਟਰ ਉਰੇ ਆ ਕੇ ਕਹਿ ਗਿਆ ਕਿ MSP ਵਿਲ ਨਾਟ ਬੀ ਟੈਂਪਰਡ ਵਿਦ 100%। ਤੁਸੀਂ ਮੈਥੋਂ ਅੱਜ ਲਿਖ ਲਓ, ਇਹਦਾ ਨਿਚੋੜ ਜਿਹੜਾ ਹੈ ਸ਼ਾਂਤਾ ਕੁਮਾਰ ਦੀ ਰਿਪੋਰਟ ਦਾ, ਉਹ ਇਸ ਚੀਜ਼ ਦੇ ਵਿੱਚ ਹੈ ਕਿ MSP ਖਤਮ ਕੀਤੀ ਜਾਏ ਔਰ FCI ਆਪਣੀ ਚੱਕੀ ਜਾਏ। ਇੱਕ ਵਾਰ ਉਹ ਚਲੇ ਜਾਏ ਤਾਂ ਚਲੇ ਜਾਓ, ਫਿਰ ਗੱਲ ਖਤਮ ਹੋ ਗਈ। ਅੱਜ ਜਿੱਦਾਂ ਨੇ ਆਲ ਪਾਰਟੀ ਮੀਟਿੰਗ ਹੋਈ ਸੀ, ਉਸ ਦਿਨ ਹੀ ਕਿਸੇ ਨੇ ਕਿਹਾ ਸੀ ਮੈਨੂੰ ਕਿ ਹੁਸ਼ਿਆਰਪੁਰ ਦੀ ਮੰਡੀ 'ਚ ਅੱਜ ਸਵੇਰੇ 600 ਰੁਪਏ ਕੁਇੰਟਲ ਆਪਣੀ ਮੱਕੀ ਵਿਕੀ ਹੈ ਔਰ ਕਿੱਥੇ ਹੋਣੀ ਸੀ 1700 ਹੋਣੀ ਸੀ ਤਾਂ 50% ਤੇ ਆ ਗਿਆ। ਇਹੀ ਹਾਲ ਹੋਊਗਾ ਤੁਹਾਡਾ ਕਣਕ ਦਾ, ਇਹੀ ਹਾਲ ਹੋਊਗਾ ਝੋਨੇ ਦਾ, ਔਰ ਇਹੀ ਹਾਲ ਹੋਊਗਾ ਸਾਰੀਆਂ ਫਸਲਾਂ ਦਾ ਜਿਹੜੀਆਂ ਇੱਥੇ ਆਉਣਗੀਆਂ। ਪ੍ਰੋਮਿਸਿਸ ਬੜੀਆਂ ਕੱਢ ਦਿੰਦੇ ਨੇ ਉਹ। 20 ਲੱਖ ਕਰੋੜ ਅਸੀਂ ਕੈਸ਼ ਦੇ ਰਹੇ ਹਾਂ ਸਾਰੇ ਹਿੰਦੁਸਤਾਨ ਨੂੰ। ਕਿੱਥੇ ਦੱਸੋ ਮੈਨੂੰ 1 ਰੁਪਈਆ ਵੀ ਆਇਆ ਸਾਡੇ ਪੰਜਾਬ 'ਚ? ਸੋ ਡੋਂਟ ਗੋ ਬਾਈ ਦੈਟ। ਇਹ ਤਾਂ ਆਪਾਂ ਨੂੰ ਆਪਣੀ ਤਾਕਤ ਦਿਖਾਉਣੀ ਪਊ। ਔਰ ਇੱਕ ਗੱਲ ਮੇਰੀ ਹੈ, ਜੋ ਤੁਸੀਂ ਫੈਸਲਾ ਕਰਨਾ ਹੈ ਮੇਰੇ ਕਿਸਾਨ ਸਾਥੀਓ, ਇਹ ਤੁਹਾਨੂੰ ਕਰਨਾ ਪਊਗਾ ਆਪਣੇ। ਤੁਸੀਂ ਜਦੋਂ ਵੀ ਆਪ ਮੀਟ ਕਰੋਗੇ, ਲੁਧਿਆਣੇ ਕਰੋਗੇ, ਜਿੱਥੇ ਮਰਜ਼ੀ ਕਰੋਗੇ। ਇਹ ਲੜਾਈ ਪੰਜਾਬ ਦੀ ਆਪਾਂ ਲੜ ਰਹੇ ਹਾਂ, ਇਹ ਕਿਸਾਨੀ ਦੀ ਲੜ ਰਹੇ ਹਾਂ। ਹੋਰ ਕਿਸਾਨੀ ਦੇ ਵਿੱਚ ਜਿੱਥੇ ਜਿੱਥੇ ਇਹ ਮੰਡੀਆਂ MSP ਲੱਗਦਾ ਹੈ ਉਹ ਵੱਖਰੀ ਗੱਲ ਹੈ। ਆਪਾਂ ਤਾਂ ਪੰਜਾਬ ਦੀ ਦੇਖਣੀ ਹੈ ਕਿ ਜਿੱਥੇ 70 ਸਾਲ ਤੋਂ ਇਸ ਸੂਬੇ ਨੇ ਆਪਣਾ ਅੰਨ ਦੀ ਪ੍ਰੋਡਕਸ਼ਨ ਕੀਤੀ ਹੈ। ਠੀਕ ਹੈ, ਉਦੋਂ PL 480 ਹੁੰਦਾ ਸੀ, ਅਸੀਂ ਉਧਾਰਾ ਲੈਂਦੇ ਸੀ ਅਮਰੀਕਾ ਤੋਂ ਔਰ ਇਹ ਗੱਲਾਂ ਹੁੰਦੀਆਂ ਸੀ। ਮੈਨੂੰ ਤਾਂ ਅੱਜ ਤਾਈਂ ਉਹ ਕਣਕਾਂ ਦੇ ਨਾਮ ਯਾਦ ਨੇ, PB 18, ਲਰਮਾ ਰੋਜੋ ਵਗੈਰਾ ਜੋ ਉੱਥੋਂ ਲੈ ਕੇ ਆਏ ਸੀ, IR 8 ਵਗੈਰਾ ਸੀ ਜੋ ਇੱਥੋਂ ਲੈ ਕੇ ਆਏ ਸੀ, ਝੋਨਾ ਜਿਹੜਾ ਫਿਲੀਪੀਨਸ ਦੇ ਵਿੱਚੋਂ। ਉਹਨਾਂ ਨੂੰ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਸਾਰਾ ਕੁਝ ਬਣਾ ਕੇ
ਉਹਨਾਂ ਤੋਂ ਨਵੇਂ ਬੀਜ ਔਰ ਵੈਰਾਈਟੀਆਂ ਬਣਾ ਕੇ ਇੱਕ ਸਮੇਂ ਆ ਗਿਆ 3 ਸਾਲਾਂ ਦੇ ਵਿੱਚ ਪੰਜਾਬ ਦੀ ਛੋਟਾ ਜਿਹਾ ਪੰਜਾਬ 2% ਵੀ ਨਹੀਂ ਹਿੰਦੁਸਤਾਨ ਦਾ, ਅਸੀਂ APL 480 ਰੱਦ ਕਰਤੀ, ਖਤਮ ਕਰਤੀ ਔਰ ਸਾਰੇ ਹਿੰਦੁਸਤਾਨ ਨੂੰ ਆਪਾਂ ਅੰਨ ਦੇਣ ਲੱਗ ਗਏ। ਉਦੋਂ ਤਾਂ ਸਾਡੀ ਬੜੀ ਸ਼ਲਾਘਾ ਹੁੰਦੀ ਸੀ, ਪੰਜਾਬ ਬੜਾ ਬਹਾਦਰ ਹੈ, ਪੰਜਾਬ ਜੈ ਕਿਸਾਨ ਜੈ ਜਵਾਨ, ਪੰਜਾਬ 'ਤੇ ਨਾਅਰੇ ਲੱਗਦੇ ਹੁੰਦੇ ਸੀਗੇ। ਕਿੱਧਰ ਗਿਆ ਹੁਣ ਕਿਉਂਕਿ ਮੱਧ ਪ੍ਰਦੇਸ਼ ਕਣਕ ਹੋਣ ਲੱਗ ਗਈ, ਕਿਉਂਕਿ ਹੁਣ ਗੰਗਾ ਜਮਨਾ ਕਨੈਲ ਇਜ਼ ਡਿਵੈਲਪਡ ਔਰ ਉੱਥੇ ਥੋੜੀ ਸਾਰੀ ਉਧਰ ਪੈਦਾਵਾਰ ਹੋਣ ਲੱਗੀ, ਕਾਵਰੀ ਬੇਸਨ ਹੋਣ ਲੱਗਿਆ, ਨਰਮਦਾ ਬੇਸਨ ਇਜ਼ ਡਿਵੈਲਪਿੰਗ ਆਲ ਦਿਸ, ਔਰ ਉੱਥੇ ਚੌਲ ਹੋ ਗਿਆ ਥੋੜਾ 3 ਸਾਲ ਦਾ ਚੌਲ ਹੋ ਗਿਆ, ਤਾਂ ਭੁੱਲ ਜਾਓ ਪੰਜਾਬ ਦੀ ਕਿਸਾਨੀ ਨੂੰ। ਉਹ ਤਾਂ ਉਹਨਾਂ ਨੂੰ ਤਾਂ ਦੇ ਆਰ ਟ੍ਰੇਡਰਸ, ਦੇ ਵਾਂਟ ਟੂ ਡੂ ਟ੍ਰੇਡ, ਜੋ ਮਰਜ਼ੀ ਉਹ ਕਰੀ ਜਾਣ। ਅਸੀਂ ਹੈ ਜਿਹੜੇ ਆਪਾਂ ਨੇ ਆਪਣੇ ਭਵਿੱਖ ਦੇਖਣਾ, ਆਪਣੇ ਸੂਬੇ ਦਾ, ਤੁਸੀਂ ਦੇਖਣਾ, ਮੈਂ ਦੇਖਣਾ। ਔਰ ਇਹਦੇ ਵਾਸਤੇ ਮੇਰੀ ਅੱਜ ਬੇਨਤੀ ਹੈ ਤੁਹਾਨੂੰ ਕਿ ਆਪਾਂ ਰਲ ਕੇ ਕਰੀਏ ਕੁਛ, ਜੋ ਤੁਸੀਂ ਇਸ ਪੰਜਾਬ ਦੀ ਕਿਸਾਨੀ ਦੇ ਵਾਸਤੇ ਕਰਨਾ ਹੈ, ਮੈਂ ਤੁਹਾਡੇ ਨਾਲ ਹੈ। ਆਈ ਵਿਲ ਬੀ ਵਿਥ ਯੂ ਆਲਵੇਜ਼। ਇਹ ਮੇਰੀ ਆਪਣਾ ਮੇਰਾ ਹਰ ਵੇਲੇ ਦਿਲ ਉੱਧਰ ਹੀ ਹੁੰਦਾ। ਇਹ ਵਿਚਾਰੀ ਕਿਸਾਨੀ ਜਿਹੜੀ ਇਹ ਕੜਕ ਦੀ ਧੁੱਪ ਦੇ ਵਿੱਚ ਜਾਂ ਠੰਡ ਦੇ ਵਿੱਚ ਸਰਦੀਆਂ ਦੇ ਵਿੱਚ ਪਾਣੀ ਲਾਉਂਦੀ ਹੈ, ਮੈਨੂੰ ਪਤਾ ਹੈ ਉੱਥੇ ਕੀ ਹੈ। ਮੈਨੂੰ ਪਤਾ ਹੈ 70% ਤਾਂ 5 ਕਿੱਲੇ ਤੋਂ ਘੱਟ ਨੇ। ਜਿਹੜਾ ਮੁੰਡਾ ਵਿਚਾਰਾ ਸਾਡਾ ਹੁਣ ਸ਼ਹੀਦ ਹੋਇਆ ਮਾਨਸਾ ਦਾ, ਇੱਥੇ ਸਿਆਚਿਨ ਦੇ ਵਿੱਚ, ਇੱਥੇ ਗਾਲਵਨ ਵਾਲੇ ਦੇ ਵਿੱਚ, ਕਿੰਨੀ ਉਹਨੇ ਕੀਤੀ ਹੈ ਤੁਹਾਨੂੰ ਪਤਾ? ਉਹਦੀ ਕਿੰਨੀ ਜ਼ਮੀਨ ਹੈ? 2.5 ਕਿੱਲੇ ਜ਼ਮੀਨ ਹੈ ਉਹਦੀ, ਬਿਲਕੁਲ ਮਾਰਜਨਲ ਫਾਰਮਰ। ਵੱਡਾ ਭਾਈ ਹੈ, ਛੋਟਾ ਭਾਈ ਹੈ, ਉਹਦੇ ਫਾਦਰ ਦੀ ਟੰਗ ਹੀ ਨਹੀਂ ਹੈ ਇੱਕ, ਔਰ ਉਹ 2.5 ਕਿੱਲੇ ਚੱਲਦੀ ਹੈ। ਇਹਨਾਂ ਦੇ ਨਾਲ ਸਾਨੂੰ ਖੜਨਾ ਪਊ। ਇਹ ਸਾਡੀ ਧਰਤੀ ਦੀ ਜਾਨ ਤਾਂ ਉਹੀ ਹੈ। ਔਰ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਮੈਂ ਆਪਣੀ ਸਾਡੇ ਪਾਰਟੀ ਵੱਲੋਂ ਸਾਨੂੰ ਤੁਸੀਂ ਕਦੇ ਵੀ ਨਾ ਫੀਲ ਕਰੋ ਕਿ ਅਸੀਂ ਜੋ ਅੱਜ ਮੈਂ ਤੁਹਾਨੂੰ ਕਹਿ ਰਿਹਾ ਅਸੀਂ ਪਿੱਛੇ ਹਟਾਂਗੇ। ਅਸੀਂ ਬਿਲਕੁਲ ਨਹੀਂ ਪਿੱਛੇ ਹਟਦੇ, ਅਸੀਂ ਤੁਹਾਡੇ ਨਾਲ ਹੈ। ਜੋ ਤੁਸੀਂ ਕਦਮ ਚੱਕਣੇ ਨੇ ਚੱਕੋ, ਵੀ ਵਿਲ ਡੂ ਇਟ, ਬਟ ਡਾਇਰੈਕਟਡ ਟੂਵਰਡਸ ਗਵਰਨਮੈਂਟ ਆਫ ਇੰਡੀਆ ਜੋ ਕਰਾ ਰਹੀ ਹੈ। ਇੱਥੇ ਅਸੀਂ ਅਸੈਂਬਲੀ 'ਚ ਜਾ ਕੇ ਪਾਸ ਕਰ ਸਕਦੇ ਹਾਂ, ਪਰ ਉਹਨਾਂ 'ਤੇ ਕੋਈ ਅਸਰ ਨਹੀਂ ਪੈਣਾ। ਅਸੀਂ ਆਪਣੀ ਤਾਕਤ ਦਿਖਾ ਸਕਦੇ ਹਾਂ, ਬਟ ਦੈਟ ਇਜ਼ ਆਲ। ਪੰਜਾਬ ਦੀ ਤਾਕਤ, ਔਰ ਪੰਜਾਬ ਦੀ ਤਾਕਤ ਕਿੰਨੀ ਹੈ? 570 MPਆਂ ਦੇ ਵਿੱਚੋਂ 13 MP। ਕੌਣ ਪੁੱਛਦਾ ਸਾਨੂੰ? ਸਾਡਾ ਹਰਿਆਣਾ ਚਲਾ ਗਿਆ, ਉਹਦੇ 8 MP ਉੱਥੇ ਚਲੇ ਗਏ। ਇੱਕ ਟਾਈਮ ਸੀ ਜਿਹੜਾ UP ਦੇ ਕੋਲ 84 ਸੀਟਾਂ ਸੀ, 85 ਸੀਟਾਂ, ਔਰ ਉਹਨਾਂ ਦੀ ਆਵਾਜ਼ ਚੱਲਦੀ ਸੀ ਉੱਥੇ, ਬਿਕੋਜ਼ ਸਟਰੈਂਥ ਹੈ, ਡੈਮੋਕ੍ਰੈਟਿਕ ਸਟਰੈਂਥ ਹੈ। ਸਾਡੇ ਕੋਲ ਸਟਰੈਂਥ ਨਹੀਂ ਰਹੀ ਹੈ ਸਿਰਫ ਸਾਡੀ ਹਿੰਮਤ, ਔਰ ਉਹ ਹਿੰਮਤ ਆਪਾਂ ਨੂੰ ਸਾਰਿਆਂ ਨੂੰ ਇਕੱਠੀ ਜੋੜਨੀ ਪਏਗੀ। ਅਤੇ ਮੈਂ ਧੰਨਵਾਦੀ ਹਾਂ ਤੁਹਾਡਾ ਜੋ ਤੁਸੀਂ ਇਹ ਗੱਲਾਂ ਕਹੀਆਂ ਨੇ। ਤੁਸੀਂ ਆਲਸੋ ਇਹ ਬਿਜਲੀ ਦਾ ਐਕਟ ਹੈ, ਉਹ ਵੀ ਹੈ। ਹੁਣ ਬਿਜਲੀ ਦਾ ਸਾਰਾ ਹੀ ਫੈਡਰਲ ਢਾਂਚਾ ਤੋੜ ਰਹੇ ਨੇ। ਫਾਈਨੈਂਸ਼ੀਅਲ ਪਾਸ ਸਾਡੇ ਲੈ ਲਏ, ਐਗਰੀਕਲਚਰ ਦਾ ਕੋਈ ਫੈਸਲਾ ਹੋਣਾ ਉਹ ਲੈ ਲਿਆ। ਕੋਈ ਵੀ ਫੈਸਲਾ ਪੰਜਾਬ ਦੇ ਵਿੱਚ ਦੇਖ ਲਓ ਜਿਹੜਾ ਸਾਡੇ ਹੱਥਾਂ ਛੱਡਿਆ। ਅਸੀਂ ਹੁਣ ਇੱਕੋ ਹੀ ਚੀਜ਼ ਸਾਨੂੰ ਅੱਜ ਪਿੱਛੇ ਜੇ ਇਹਨਾਂ ਨੇ ਦਿੱਤੀ ਕਿ ਜਿਹੜੀ ਸਟੇਟ ਦੀ ਬੋਰੋਇੰਗ ਹੈ 3% ਦੇ ਬਜਾਏ 5% ਤੁਸੀਂ ਕਰ ਲਓ, 2% ਐਕਸਟਰਾ। ਲੇਕਿਨ ਉੱਥੇ ਵੀ ਕੰਡੀਸ਼ਨ ਲਾਤੇ ਕਿ ਕਿਸ ਤਰੀਕੇ ਨਾਲ ਅਸੀਂ ਉਹਨੂੰ ਕਰ ਸਕਦੇ ਹਾਂ। ਫਿਰ ਸਾਡੇ ਕੋਲ ਰਿਹਾ ਕੀ ਹੈ? ਸਾਡੇ ਕੋਲ ਤੁਸੀਂ ਛੱਡਿਆ ਕੀ ਹੈ? ਸੋ ਦਿਸ ਇਜ਼ ਅ ਵੈਰੀ ਸੈਡ ਸਿਚੁਏਸ਼ਨ ਜਿਹਦੇ ਵਿੱਚ ਅਸੀਂ ਆ ਰਹੇ ਹਾਂ। ਹੁਣ ਜਿਹੜੀ ਇੱਕ ਚੀਜ਼ ਬਣੀ ਹੋਈ ਸੀ, ਜੈਸੇ ਤੁਸੀਂ ਆਪ ਹੀ ਕਿਸੇ ਨੇ ਕਿਹਾ ਕਿ ਐਤਕੀ ਮੰਡੀਆਂ ਦੇ ਵਿੱਚ ਕਿੰਨਾ ਵਧੀਆ ਹਾਲ ਰਿਹਾ, ਕੋਈ ਕੋਵਿਡ ਨਹੀਂ, ਪਲੈਨਿੰਗ ਠੀਕ, ਸਾਰੀ ਉੱਠ ਗਈ, ਸਭ ਕੁਝ ਕਣਕ। ਇੱਕ ਦਿਨ ਵੀ ਕਿਸੇ ਨੇ ਕੰਪਲੇਂਟ ਨਹੀਂ ਕੀਤੀ ਸਾਡੀ ਪਰਚੇਸ ਦੇ ਵਿੱਚ। ਇਹ ਸਿਸਟਮ ਬਣ ਗਿਆ। ਸਿਸਟਮ ਕਿਉਂ ਤੋੜ ਰਹੇ ਹੋ ਤੁਸੀਂ? ਔਰ ਜਿਹੜੇ ਗਰੀਬ ਜਨਤਾ, ਜਿਹੜੀ ਸਾਡੀ ਗਰੀਬ ਕਿਸਾਨੀ ਹੈ, ਉਹ ਵਿਚਾਰੇ ਜਿਹੜਾ ਕੁਛ ਉਹ ਕਮਾਉਂਦੇ ਨੇ, ਉਹ ਵੀ ਤੁਸੀਂ ਉਹਨਾਂ ਦੇ ਹੱਥਾਂ ਤੋਂ ਤੁਸੀਂ ਖਿੱਚ ਰਹੇ ਹੋ। ਸੋ ਇਸ ਕਰਕੇ ਮੇਰੇ ਸਾਥੀਓ, ਦਿਸ ਇਜ਼ ਅ ਟਾਈਮ ਦੈਟ ਆਪਾਂ ਨੂੰ ਹੁਣ ਸਪੈਸ਼ਲ ਸੈਸ਼ਨ ਹੋਏ ਜਾਂ ਸੈਸ਼ਨ ਹੋਏ, ਬਿਕੋਜ਼ ਆਈ ਕਾਂਟ ਡੂ ਐਨੀਥਿੰਗ ਟਿਲ ਇਹ ਕੋਵਿਡ ਦਾ ਫੈਸਲਾ ਨਹੀਂ ਹੁੰਦਾ ਕਿ ਕਦੋਂ। ਪਤਾ ਨਹੀਂ, ਪਾਰਲੀਮੈਂਟ ਵੀ ਹਾਲੇ ਇਹਨਾਂ ਨੇ ਅਨਾਊਂਸ ਨਹੀਂ ਕੀਤੀ, ਪਤਾ ਨਹੀਂ ਕਿ ਕਦੋਂ ਕੋਵਿਡ ਕਰਕੇ ਇਹ ਥੋੜ੍ਹਾ ਲੰਬਾ ਕਰ ਦੇਣ ਜਾਂ ਜੋ ਵੀ ਕੁਝ ਕਰ ਦੇਣ। ਲੇਕਿਨ ਜਦੋਂ ਸਮੇਂ ਆਊਗਾ ਵੀ ਵਿਲ ਸਰਟਨਲੀ ਇਹ ਅਸੀਂ ਅਸੈਂਬਲੀ ਦੇ ਵਿੱਚ ਲੈ ਕੇ ਆਵਾਂਗੇ, ਐਂਡ ਉੱਥੇ ਜ਼ਰੂਰ ਬਹਿਸ ਹੋਏਗੀ ਇਸ 'ਤੇ, ਐਂਡ ਜ਼ਰੂਰ ਆਪਣੀ, ਚਾਹੇ ਸਾਡੀ ਮੰਨਣ ਨਾ ਮੰਨਣ, ਪੰਜਾਬ ਦੀ ਆਵਾਜ਼ ਤਾਂ ਜ਼ਰੂਰ ਢਿੱਲੀ ਪਹੁੰਚਾਵਾਂਗੇ ਅਸੀਂ, ਦੈਟ ਇਜ਼ ਫॉर ਸ਼ੋਰ। ਪੈਟਰੋਲ ਦੇ ਡੀਜ਼ਲ ਦੇ ਪ੍ਰਾਈਸਿਸ ਤੁਸੀਂ ਕਹਿ ਰਹੇ ਹੋ, ਮੇਰੀ ਪਾਰਟੀ ਨੇ ਅੱਜ ਤੋਂ ਕੋਈ ਹਫ਼ਤਾ ਕੁ ਪਹਿਲਾਂ ਸਾਡੀ CWC ਦੀ ਮੀਟਿੰਗ ਹੋਈ ਸੀ, ਔਰ ਉੱਥੇ ਇੱਕ ਰੈਜ਼ੋਲੂਸ਼ਨ ਪਾਇਆ ਕਿ ਬਾਰ-ਬਾਰ ਤੁਸੀਂ ਪੈਟਰੋਲ ਪ੍ਰਾਈਸਿਸ ਚੱਕੀ ਜਾ ਰਹੇ ਹੋ, ਔਰ ਪਿਛਲੇ ਜਦ ਤੋਂ ਚੱਕਣ ਲੱਗੇ ਹੋ, central government has gained 1,80,000 crores from petroleum price increase करके,
ਕਿ ਹੁਣ ਬਸ ਕਰੋ ਐਂਡ ਵਿਡਰਾ ਕਰੋ ਇਸ ਸਿਸਟਮ। ਇਹ ਕਾਂਗਰਸ ਪਾਰਟੀ ਦਾ ਵਰਕਿੰਗ ਕਮੇਟੀ ਦਾ ਰੈਜ਼ੋਲੂਸ਼ਨ ਹੈ ਜੋ ਗਵਰਨਮੈਂਟ ਕੋਲ ਗਿਆ ਹੋਣਾ, ਅਖਬਾਰਾਂ 'ਚ ਆ ਚੁੱਕਿਆ ਹੈ। ਸੋ ਇਹ ਸਾਰੀਆਂ ਚੀਜ਼ਾਂ ਨੇ, ਪਲੱਸ ਬਿਜਲੀ ਐਕਟ ਦੇਖ ਲੈਣਾ, ਜਿੱਦੇ ਨੇ ਬਿਜਲੀ ਐਕਟ ਦਾ ਇਹਨਾਂ ਨੇ ਪਾਸ ਕਰ ਦਿੱਤਾ ਐਂਡ ਇਹ ਟੈਰਿਫ ਦੀ ਜਿਹੜਾ ਕੁਝ ਕਰਨਾ ਚਾਹੁੰਦੇ ਨੇ, ਇਹ ਸਭ ਕੁਝ ਆਪਣੇ ਹੱਥਾਂ 'ਚ ਲੈਣਾ ਚਾਹੁੰਦੇ ਨੇ। ਤੁਹਾਡੀ ਬਿਜਲੀ ਜਾਊਗੀ ਨੰਬਰ 1 ਤੇ, ਮੈਂ ਤੁਹਾਨੂੰ ਅੱਜ ਲਿਖਾ ਦਿੰਦਾ ਕਿ ਜਿਹੜੀ ਫ੍ਰੀ ਪਾਵਰ ਅਸੀਂ ਦੇ ਰਹੇ ਹਾਂ ਕਿਸਾਨੀ ਨੂੰ ਔਖੀ ਤੱਕ ਘੜੀ ਕੱਟ ਕੇ ਦੇ ਰਹੇ ਹਾਂ ਤੁਹਾਨੂੰ, ਇਹ ਪਹਿਲਾਂ ਹੀ ਇੱਥੇ ਹੀ ਤੁਹਾਨੂੰ ਥੋੜ੍ਹਾ ਮਾਂਜਾ ਫੇਰ ਦੇਣਗੇ। ਦਿਸ ਇਜ਼ ਦ ਵੇ ਦੈਟ ਦੀਜ਼ ਪੀਪਲ ਆਰ ਲੁਕਿੰਗ ਐਟ ਸਾਡੇ ਪੰਜਾਬ ਨੂੰ ਔਰ ਸਾਡੀ ਕੁਰਬਾਨੀ ਨੂੰ। ਤਾਂ ਮੇਰੇ ਅੱਜ ਮੈਂ ਧੰਨਵਾਦੀ ਹਾਂ ਤੁਹਾਡਾ ਕਿ ਤੁਸੀਂ ਅੱਜ ਦੂਰ ਤੋਂ ਆਏ ਹੋ ਔਰ ਆਪਣੀ ਆਵਾਜ਼ ਉਰੇ ਉਠਾਈ ਹੈ। ਮੈਂ ਆਸ ਕਰਦਾ ਕਿ ਆਪਾਂ ਇੱਕੋ ਹੀ ਆਵਾਜ਼ ਨਾਲ ਹੁਣ ਉੱਥੇ ਪਹੁੰਚਾਈਏ ਦਿੱਲੀ, ਤਾਂ ਕਿ ਉਹ ਸਮਝ ਸਕਣ ਕਿ ਚਾਹੇ ਪੋਲੀਟੀਕਲ ਜਥੇਬੰਦੀਆਂ ਜੋ ਮਰਜ਼ੀ ਕਰਨ, ਉਹਨਾਂ ਦੇ ਸਾਥੀ ਜਿਹੜੇ ਜਥੇਬੰਦੀਆਂ ਨੇ, ਪੰਜਾਬ ਦਾ ਬੱਚਾ ਅੱਜ ਇਸ ਆਰਡੀਨੈਂਸ ਦੇ ਔਰ ਇਸ ਇਲੈਕਟ੍ਰਿਸਿਟੀ ਐਕਟ ਦੀ ਅਮੈਂਡਮੈਂਟ ਦੇ ਖਿਲਾਫ ਖੜਾ ਹੈ। ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਹਾਲ ਹੀ ਵਿੱਚ ਜਾਰੀ ਕੀਤੇ ਗਏ ਆਰਡੀਨੈਂਸਾਂ ਤੇ ਮੁੜ ਵਿਚਾਰ ਕਰੇ ਅਤੇ ਇਹਨਾਂ ਨੂੰ ਤੁਰੰਤ ਵਾਪਸ ਲਵੇ, ਕਿਉਂਕਿ ਇਹ ਤਿੰਨੋਂ ਆਰਡੀਨੈਂਸ ਕਿਸਾਨ ਵਿਰੋਧੀ ਹਨ। ਉਹਨਾਂ ਨੇ ਇਲੈਕਟ੍ਰਿਸਿਟੀ ਐਕਟ 2003 ਵਿੱਚ ਤਜਵੀਜ਼ਤ ਸੌਦਾ ਨੂੰ ਵੀ ਰੱਦ ਕੀਤਾ। ਇਹ ਆਰਡੀਨੈਂਸ ਅਤੇ ਇਲੈਕਟ੍ਰਿਸਿਟੀ ਐਕਟ 2003 ਵਿੱਚ ਤਜਵੀਜ਼ਤ ਸੌਦਾ ਦੇਸ਼ ਦੇ ਸੰਘੀ ਤਾਣੇ ਬਾਣੇ ਤੇ ਵੀ ਸਿੱਧਾ ਹਮਲਾ ਹਨ ਅਤੇ ਇਹਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਮੇਰੀ ਬੇਨਤੀ ਹੈ ਕਿ ਇਸ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਦਿੱਤਾ ਜਾਵੇ। पास है जी। पास है जी। पास है जी। पास है। ठीक है जी। ठीक है जी। ਇਹਨਾਂ ਆਰਡੀਨੈਂਸਾਂ ਦੇ ਖਿਲਾਫ ਮੁੱਖ ਮੰਤਰੀ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲ ਕੇ ਪੰਜਾਬ ਦਾ ਪੱਖ ਦੱਸਣ ਦੇ ਲਈ ਸਰਬ ਪਾਰਟੀ ਵਫਦ ਦੀ ਅਗਵਾਈ ਕਰਨਗੇ। ਬਿਊਰੋ ਰਿਪੋਰਟ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।